ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ ਤੇ ਗਰਮ ਵੀ। ਕੁਝ ਕੁ ਥਾਵਾਂ ਦੇ ਉੱਤੇ ਹਲਕੀ ਜਿਹੀ ਕਿਣਮਣ ਹੋਈ ਆ, ਪਰ ਬਹੁਤਾ ਮੀਂਹ ਕਿਤੋਂ ਪਿਆ ਨਹੀਂ, ਇਹੋ ਜਿਹੀ ਖਬਰ ਕੋਈ ਮਿਲੀ ਨਹੀਂ। ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਦੀ ਆਸ ਹੈ। ਬਾਕੀ ਜੋ ਭਵਿੱਖਬਾਣੀ ਕੀਤੀ ਗਈ ਹੈ ਕਿੰਨੀ ਕੁ ਸਹੀ ਸਾਬਤ ਹੁੰਦੀ ਵਕਤ ਦੱਸੂ, ਪਰ ਮੀਂਹ ਦੀ ਇਸ ਵੇਲੇ ਜ਼ਰੂਰਤ ਨਹੀਂ। ਕਿਸਾਨੀ ਕਰਕੇ, ਝੋਨੇ ਕਰਕੇ ਜਿਹੜਾ ਪੱਕਿਆ ਹੋਇਆ ਜਾਂ ਪੱਕਣ ਦੇ ਕੰਢੇ 'ਤੇ ਆ ਜਾਂ ਜਿਹੜਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ, ਜੇਕਰ ਮੀਂਹ ਪੈਂਦਾ ਨਮੀ ਦੀ ਮਾਤਰਾ ਝੋਨੇ 'ਚ ਹੋਰ ਵੱਧ ਜਾਣੀ ਆ, ਜਿਹਦੇ ਕਰਕੇ ਖਰੀਦ ਏਜੰਸੀਆਂ ਨੇ ਡਰਾਮਾ ਫੇਰ ਨਵਾਂ ਕਰਨਾ ਤੇ ਸੁੱਕਣੇ ਕਿਸਾਨ ਪਏ ਰਹਿਣੇ ਮੰਡੀਆਂ ਦੇ ਵਿੱਚ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਟੇ ਜਾਂਦੇ ਟਾਲੇ ਦੇ ਨਾਲ ਸੰਬੰਧਿਤ ਹੈ। ਉਹਨਾਂ ਦੇ ਵੱਲੋਂ ਕੀਤੀ ਜਾਂਦੀ ਅਣਗਹਿਲੀ ਸ਼ਬਦ ਵੀ ਵਰਤਣਾ ਚਾਹੀਦਾ ਤੇ ਉਹਨਾਂ ਦੇ ਵੱਲੋਂ ਅੱਖੋਂ ਪਰੋਖੇ ਬਹੁਤ ਸਾਰੇ ਭਾਰਤ ਦੇ ਗੰਭੀਰ ਮਸਲੇ ਜਿਵੇਂ ਕੀਤੇ ਜਾਂਦੇ ਆ ਉਹਦੇ ਨਾਲ ਜੁੜੀ ਹੋਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਖਨਊ ਦੇ ਵਿੱਚ ਜਾ ਕੇ ਨਿਊ ਅਰਬਨ ਇੰਡੀਆ ਸਕੀਮ ਦਾ ਚੇਤਾ ਤਾਂ ਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 2017 ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਵਿਕਾਸ ਅਧੂਰਾ ਪਿਆ ਸੀ ਉਹ ਸਿਰਫ ਅਸੀਂ ਕੀਤਾ ਕਿਉਂਕਿ ਅਖਿਲੇਸ਼ ਯਾਦਵ ਦੀ ਸਰਕਾਰ ਨੇ ਕੀਤਾ, ਕਰਾਇਆ ਕੱਖ ਨਹੀਂ ਸੀ। ਉਹ ਕਦੇ ਵੀ ਡਿਜੀਟਲ ਤਰੀਕੇ ਨਾਲ ਕੁੰਜੀਆਂ ਅਸੀਂ ਬਹੁਤ ਸਾਰੇ ਬੇਘਰਿਆਂ ਨੂੰ ਅੱਜ ਦੇਣ ਆਏ ਆ। ਪਰ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨ ਮਾਰ ਦਿੱਤੇ ਗਏ ਆ, ਕਤਲ ਕਰ ਦਿੱਤੇ ਗਏ ਆ, ਇਹਦੇ ਬਾਬਤ ਇੱਕ ਸ਼ਬਦ ਦੀ ਸਾਂਝੀ ਪਾ ਲਈਏ। ਦੇਸ਼ ਦੇ ਕਿਸਾਨਾਂ ਦੇ ਨਾਲ ਅਸੀਂ ਦੁੱਖ ਦਾ ਇਜ਼ਹਾਰ ਹੀ ਕਰ ਲਈਏ। ਉਹਨਾਂ ਨੂੰ ਇਸ ਗੱਲ ਦਾ ਚੇਤਾ, ਇਸ ਗੱਲ ਦੀ ਚਿੰਤਾ ਵੀ 2022 ਦੇ ਵਿੱਚ ਯੂਪੀ ਜੇਕਰ ਨਾ ਜਿੱਤੀ ਗਈ, ਜੇਕਰ ਅਸੀਂ ਆਉਣ ਜਾਣ ਦਾ ਸਿਲਸਿਲਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਾ ਜਾਰੀ ਰੱਖਿਆ ਤਾਂ ਫਿਰ ਹੋ ਸਕਦਾ ਯੋਗੀ ਆਦਿੱਤਿਆਨਾਥ ਦੀ ਸਰਕਾਰ ਨਾ ਬਣੇ। ਜੇਕਰ ਉਹ ਨਾ ਬਣੀ ਤਾਂ ਹੋ ਸਕਦਾ ਵੀ ਕੇਂਦਰ ਦੇ ਵਿੱਚ ਬੈਠਣ ਦੀ ਸਾਡੀ ਵੀ ਕੁਰਸੀ ਹਿੱਲ ਜੇ। ਪਰ ਲਖੀਮਪੁਰ ਖੀਰੀ ਦੇ ਵਿੱਚ ਹੁਣ ਜਦੋਂ ਥਾਰ ਗੱਡੀ ਕਿਸਾਨਾਂ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਜਾਂਦੇ ਕਿਸਾਨਾਂ ਦੇ ਉੱਤੇ ਚੜ੍ਹ ਜਾਂਦੀ ਹੈ, ਉਹਨਾਂ ਨੂੰ ਦਰੜ ਦਿੰਦੀ ਹੈ, ਉਹਨਾਂ ਨੂੰ ਮਾਰ ਦਿੰਦੀ ਹੈ ਤੇ ਇਹ ਵੀਡੀਓ ਸਾਰੀ ਦੁਨੀਆ ਦੇ ਮੂਹਰੇ ਆ ਗਈ ਹੈ। ਸਾਰਾ ਕੁਝ ਸੱਚ ਸਾਹਮਣੇ ਹੋਣ ਦੇ ਬਾਵਜੂਦ ਕੇਂਦਰ ਦਾ ਕਿਹੜਾ ਮੰਤਰੀ ਹੈ ਜਿਹੜਾ ਇਹ ਗੱਲ ਆਪਦੇ ਮੂੰਹ ਦੇ ਵਿੱਚੋਂ ਕੱਢ ਕੇ ਅਸੀਂ ਦੇਖਿਆ ਹੋਵੇ, ਬਿਆਨ ਦਿੰਦਾ ਹੋਵੇ ਕਿ ਭਾਈ ਹਾਂ ਗਲਤੀ ਸਾਡੇ ਲੋਕਾਂ ਦੀ ਹੈ, ਅਸੀਂ ਇਸ ਗੱਲ ਦੇ ਲਈ ਮਾਫੀ ਮੰਗਦੇ ਹਾਂ। ਕਿਸਾਨ ਵੀਰ ਭੈਣਾਂ ਵੀ ਸਾਡੇ ਆਪਣੇ ਆ, ਦੇਸ਼ ਵਾਸੀ ਆ ਜਿਹੜੇ ਉਹ ਇਸ ਗੱਲ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦੇ ਆ। ਅਸੀਂ ਅਸਲ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਕੀ ਇਹ ਗੱਲ ਅਮਿਤ ਸ਼ਾਹ ਹੋਰਾਂ ਨੇ ਕਹੀ ਆ? ਕੀ ਇਹ ਗੱਲ ਪ੍ਰਧਾਨ ਮੰਤਰੀ ਨੇ ਕਹੀ ਆ? ਕੀ JP ਨੱਡਾ ਹੋਰਾਂ ਨੇ ਕਹੀ ਆ? ਕੀ ਯੋਗੀ ਆਦਿੱਤਿਆਨਾਥ ਨੇ ਕਹੀ ਆ? ਕੀ RSS ਦੇ ਮੁਖੀ ਨੇ ਕਹੀ ਆ? ਕਿਸੇ ਨੇ ਵੀ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਕੱਢੀ ਨਹੀਂ। ਸਾਰੀ BJP ਦਾ, IT ਸੈੱਲ ਦਾ, ਝੋਲੀ ਚੱਕ ਵਰਕਰਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਲੱਗਾ ਸੀ ਵੀ ਇਸ ਕਹਾਣੀ ਨੂੰ ਹੋਰ ਰੂਪ ਬਣਾ ਦਈਏ। ਉਹ ਇੱਕੋ ਗੱਲ ਕਹਿੰਦੇ ਸੀ, किसानों ने लाठियों से हमला कर दिया BJP के वर्करों पर और उसके बाद माहौल बिगड़ गया और उसके बाद जब गाड़ियां भगा के जान बचाने के लिए आगे बढ़े तो भाजपा के नेताओं का कसूर कोई नहीं, ये तो जान बचाने की कोशिश में किसान गाड़ियों के नीचे आ गए। उन्होंने इस गल नूं ये रंगत दित्ती सी पर वीडियो ने सारा कुछ साफ करता। सारी दुनिया ने ये वीडियो देख ली है भी थार काले रंग की किस तरीके नाल किसानां नूं रगड़दी तुरी जाती है, मिधदी तुरी जाती है, किवें दरड़दी जाती है। पर एक वीडियो हाले लोकां तक घट पहुंची है। ਉਹਦੇ ਵਿੱਚ ਜੋ ਦੱਸਿਆ ਜਾ ਰਿਹਾ BJP ਦੇ ਕੇਂਦਰੀ ਰਾਜ ਮੰਤਰੀ ਦਾ ਮੁੰਡਾ ਜਿਹੜਾ ਕਿ ਜਦੋਂ ਉਹ ਗੱਡੀ ਹੈ ਜਿਹੜੀ ਉਹਨਾਂ ਦੀ ਸਾਰੇ ਕਿਸਾਨ ਦਰੜਦੀ ਜਾਂਦੀ ਹੈ, ਫਿਰ ਗੱਡੀ ਰੁਕ ਜਾਂਦੀ ਹੈ ਤਾਂ ਉਹ ਗੱਡੀ ਦੀ ਤਾਕੀ ਖੋਲ੍ਹ ਕੇ ਭੱਜਦਾ ਹੋਇਆ ਦਿਖਾਈ ਦਿੰਦਾ। ਹੁਣ ਤੱਕ ਇਹ ਗੱਲ ਕਹੀ ਜਾਂਦੀ ਸੀ BJP ਦੇ ਕੇਂਦਰੀ ਰਾਜ ਮੰਤਰੀ ਦੇ ਵੱਲੋਂ ਕਿ ਮੇਰਾ ਪੁੱਤ ਤਾਂ ਹੈ ਹੀ ਨਹੀਂ ਸੀ ਇੱਥੇ, ਮੇਰੇ ਪੁੱਤ ਦੇ ਬਾਬਤ ਤਾਂ ਗਲਤ ਪ੍ਰਚਾਰ ਕੀਤਾ ਜਾ ਰਿਹਾ। ਹੁਣ ਗੱਡੀ ਦੇ ਵਿੱਚੋਂ ਜਿਹੜਾ ਨਿਕਲ ਕੇ ਬਾਹਰ ਭੱਜਦਾ ਉਹਨੂੰ ਆਪਦਾ ਮੁੰਡਾ ਕਬੂਲ ਕਰੂਗਾ ਕਿ ਨਹੀਂ ਕਰੂਗਾ ਕੇਂਦਰ ਦਾ ਇਹ ਮੰਤਰੀ, ਹੁਣ ਇਹਦੇ ਬਾਬਤ ਉੱਤਰ ਦੇਣਾ ਚਾਹੀਦਾ। ਕਸੂਰ ਕੀ ਹੈ ਕਿਸਾਨਾਂ ਦਾ? ਬਦਮਾਸ਼ ਕਹਿੰਦੇ ਕਿਸਾਨ ਆ, ਕਰਦੇ ਬਦਮਾਸ਼ੀ ਆਪ ਆ। ਕਹਿੰਦੇ ਆ ਬਿਆਨਾਂ 'ਚ ਗੁੰਡੇ ਕਿਸਾਨ ਆ, ਕਰਦੇ ਗੁੰਡਾਗਰਦੀ ਆਪ ਆ। ਕਹਿੰਦੇ ਆ ਵੀ ਇਹ ਤਾਂ ਦੰਗਾਕਾਰੀ ਆ, ਕਰਦੇ ਦੰਗੇ ਆਪ ਆ। ਕਹਿੰਦੇ ਆ ਅੰਦੋਲਨ ਜੀਵੀ ਆ, ਉਹ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਕਰਦੇ ਆ, ਇਹ ਕਿਸਾਨਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਆ। ਕੀ ਜੇਕਰ ਕਿਸਾਨ ਇਸ ਵਕਤ ਸ਼ਾਂਤਮਈ ਤਰੀਕੇ ਨਾਲ ਕਾਲੇ ਰੰਗ ਦੇ ਝੰਡੇ ਲੈ ਕੇ ਅੱਗੇ ਵਧ ਰਹੇ ਆ, ਤੁਹਾਨੂੰ ਕਿਸੇ ਕਿਸਮ ਦਾ ਹੱਕ ਹੈ? ਇਹਦਾ ਤਾਂ ਕੋਈ ਅਫਗਾਨਿਸਤਾਨ ਦੇ ਵਿੱਚ ਵੀ ਨਹੀਂ ਕਰਦਾ ਹੋਣਾ ਵੀ ਸ਼ਾਂਤਮਈ ਤਰੀਕੇ ਨਾਲ ਕਸੂਰ ਵੀ ਕੋਈ ਨਹੀਂਗਾ ਤੇ ਉੱਤੇ ਜਾ ਕੇ ਗੱਡੀ ਚੜਾ ਦਿਓ। ਇਹ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ? ਜੇ ਲੋਕਤੰਤਰ ਦੇ ਉੱਤੇ ਕੋਈ ਹੋਰ ਸਵਾਲ ਕਰੇ ਕਹਿ ਦਿੰਦੇ ਪਾਕਿਸਤਾਨ ਚਲੇ ਜਾਓ। ਹੁਣ ਤੁਸੀਂ ਲੋਕਤੰਤਰ ਦਾ ਘਾਣ ਕੀਤਾ, ਜਾਓ ਪਾਕਿਸਤਾਨ, ਜਾਓ ਇਸ ਵਕਤ ਚੀਨ ਦੇ ਵਿੱਚ। ਲੋਕਾਂ ਨੂੰ ਵੀ ਤਾਂ ਇਹ ਗੱਲ ਕਹੀ ਜਾਂਦੀ ਹੈ। ਸੋ ਦੇਸ਼ ਦੇ ਵਿੱਚ ਉਹ ਕੁਝ ਚੱਲ ਰਿਹਾ ਜਿਹਦੇ ਬਾਬਤ ਕਦੇ ਕਿਆਸ ਨਹੀਂ ਸੀ ਕੀਤਾ। ਹੁਣ ਰਿਪੋਰਟ ਸਾਹਮਣੇ ਆ ਗਈ ਆ, ਪੋਸਟਮਾਰਟਮ ਦੀ ਰਿਪੋਰਟ। ਇਹ ਚਾਰੇ ਕਿਸਾਨ ਤੇ ਜਿਹੜੇ 4 ਨਾਲ ਹੋਰ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਬਾਬਤ 8 ਜਣੇ ਦੀ ਰਿਪੋਰਟ ਸਾਹਮਣੇ ਆਈ ਆ। ਇਹਨਾਂ 8 ਦੇ ਵਿੱਚ ਇੱਕ ਪੱਤਰਕਾਰ ਵੀ ਆ, 3 BJP ਦੇ ਵਰਕਰ ਆ, 4 ਕਿਸਾਨ ਆ। 4 ਦੇ ਵਿੱਚੋਂ 3 ਕਿਸਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੁਰਵਿੰਦਰ ਸਿੰਘ ਦਾ ਸੰਸਕਾਰ ਰੋਕ ਲਿਆ ਟੱਬਰ ਦੇ ਜੀਆਂ ਨੇ, ਇਸ ਕਰਕੇ ਉਹ ਕਹਿੰਦੇ ਜੀ ਗੋਲੀ ਵੀ ਮਾਰੀ ਗਈ ਆ
ਇਹ ਗੋਲੀ ਮਾਰਨ ਵਾਲੀ ਗੱਲ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਲਿਖੀ ਨਹੀਂ ਗਈ, ਕਿਉਂਕਿ ਜਦੋਂ ਗੱਡੀ ਹੈ ਜਿਹੜੀ ਉਹ ਦਰੜਦੀ ਜਾਂਦੀ ਸੀ ਕਿਸਾਨਾਂ ਨੂੰ, ਫਿਰ ਗੱਡੀ ਰੁਕੀ, ਅੰਨ੍ਹੇਵਾਹ ਚਲਾਈ ਜਾ ਰਹੀ ਸੀ, ਟੌਂ ਟੌਂ ਕਰਦਾ ਹਾਰਨ ਮਾਰ ਕੇ ਹੂਟਰ ਮਾਰ ਕੇ ਲੰਘਾਈ ਜਾ ਰਹੀ ਸੀ। ਫਿਰ ਉਸ ਤੋਂ ਬਾਅਦ ਜਦੋਂ ਕਾਹਲੀ ਕਾਹਲੀ ਭਾਜਪਾ ਦੇ ਆਗੂ ਵਰਕਰ ਭੱਜਣ ਲੱਗੇ ਤਾਂ ਜਦੋਂ ਉਹਨਾਂ ਨੂੰ ਲੱਗਾ ਵੀ ਕਿਸਾਨ ਕਿਤੇ ਘੇਰਾ ਨਾ ਪਾ ਲੈਣ, ਫਿਰ ਉਹ ਗੋਲੀਆਂ ਚਲਾਉਂਦੇ ਹੋਏ ਉੱਥੋਂ ਗਏ ਆ। ਇਹ ਦੱਸਿਆ ਜਾ ਰਿਹਾ ਕੁਝ ਚਸ਼ਮਦੀਦਾਂ ਦੇ ਵੱਲੋਂ ਕਿ ਇੱਕ ਗੋਲੀ ਆ ਜਿਹੜੀ ਉਹ ਗੁਰਵਿੰਦਰ ਸਿੰਘ ਦੇ ਲੱਗੀ ਹੈ, ਇਸੇ ਕਰਕੇ ਉਹਦਾ ਪੋਸਟਮਾਰਟਮ ਰਿਪੋਰਟ ਜਿਹੜੀ ਦੁਬਾਰਾ ਕੀਤੀ ਜਾਵੇ। ਇਸੇ ਕਰਕੇ ਗੱਲ ਕਹੀ ਗਈ ਹੈ ਕਿ ਜਿੰਨੀ ਦੇਰ ਤੱਕ ਦੁਬਾਰਾ ਇਹਦਾ ਪੋਸਟਮਾਰਟਮ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਇਹਦਾ ਸੰਸਕਾਰ ਨਹੀਂ ਕਰਨਾ। ਹਾਲਾਤ ਇਸ ਕਦਰ ਵਿਗੜੇ ਹੋਏ ਆ ਵੀ ਪਤਾ ਕੋਈ ਨਹੀਂ ਪੁਲਿਸ ਆਪਣਿਆਂ ਨੂੰ ਬਚਾਉਣ ਦੇ ਲਈ ਕੀ ਕਰ ਦੇਵੇ, ਡਾਕਟਰਾਂ ਦੀਆਂ ਟੀਮਾਂ ਕੀ ਕਰ ਦੇਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਲਖੀਮਪੁਰ ਹਿੰਸਾ ਦੇ ਵਿੱਚ ਮਾਰੇ ਗਏ ਕਿਸਾਨਾਂ ਸਮੇਤ ਪੱਤਰਕਾਰ ਤੇ ਭਾਜਪਾ ਵਰਕਰਾਂ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਕਿਸੇ ਦੀ ਗੋਲੀ ਲੱਗਣ ਦੇ ਕਰਕੇ ਮੌਤ ਨਹੀਂ ਹੋਈ, ਸਾਰਿਆਂ ਦੇ ਸੱਟਾਂ ਦੇ ਨਿਸ਼ਾਨ ਹਨ। ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ 3 ਕਿਸਾਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਦੱਸੀ ਗਈ ਹੈ। 4 ਨੂੰ ਮੌਤ ਤੋਂ ਪਹਿਲਾਂ ਕੁੱਟਣ ਦੀ ਗੱਲ ਸਾਹਮਣੇ ਆ ਰਹੀ ਹੈ। ਕਿਸੇ ਦੇ ਵੀ ਸਰੀਰ ਦੇ ਉੱਤੇ ਗੋਲੀ ਵੱਜਣ ਦਾ ਨਿਸ਼ਾਨ ਨਹੀਂ ਮਿਲਿਆ, ਜਦਕਿ ਕਿਸਾਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਉਹਨਾਂ ਦੇ ਵੱਲ ਗੋਲੀਆਂ ਵੀ ਚਲਾਈਆਂ ਗਈਆਂ ਨੇ। ਇੱਕ ਪਰਿਵਾਰ ਨੇ ਯਾਨੀ ਕਿ ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਦਿੱਲੀ ਦੇ ਡਾਕਟਰਾਂ ਦੇ ਕੋਲੋਂ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਕੀਤੀ ਤੇ ਪਤਾ ਲੱਗਾ ਕਿ ਲੰਘੀ ਕੱਲ੍ਹ ਦੇਰ ਸ਼ਾਮ ਦਿੱਲੀ ਦੇ ਡਾਕਟਰਾਂ ਦੀ ਇੱਕ ਟੀਮ ਯੂਪੀ ਦੇ ਵਿੱਚ ਪਹੁੰਚ ਗਈ। ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਵਜ੍ਹਾ ਦੱਸੀ ਗਈ ਹੈ ਇਹ ਵੀ ਦੱਸਦੇ ਹਾਂ। ਕਿਸਾਨ ਦਲਜੀਤ ਸਿੰਘ ਜਿਹਦੀ ਕਿ ਮੌਤ ਹੋਈ ਹੈ, ਇਹਦੇ ਵਿੱਚ ਰਿਪੋਰਟ 'ਚ ਲਿਖਿਆ ਗਿਆ, ਜੋ ਕਿ ਬਹਿਰਾਈਚ ਤੋਂ ਨੇ, ਲਿਖਿਆ ਗਿਆ ਕਿ ਮੌਤ ਤੋਂ ਪਹਿਲਾਂ ਘੜੀਸਿਆ ਗਿਆ, ਸਰੀਰ ਦੇ ਉੱਤੇ 16 ਤੋਂ ਲੈ ਕੇ 17 ਤੱਕ ਸੱਟਾਂ ਦੇ ਨਿਸ਼ਾਨ ਨੇ। ਕਿਸਾਨ ਲਵਪ੍ਰੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਸੱਟ ਲੱਗੀ ਹੈ, ਘੜੀਸੇ ਜਾਣ ਦੇ ਨਿਸ਼ਾਨ ਨੇ ਤੇ ਸਰੀਰ ਦੇ ਉੱਤੇ 16 ਤੋਂ ਵੱਧ ਥਾਵਾਂ ਦੇ ਉੱਤੇ ਸੱਟ ਲੱਗੀ ਹੈ। ਕਿਸਾਨ ਗੁਰਵਿੰਦਰ ਸਿੰਘ ਜਿਹੜੇ ਕਿ ਬਹਿਰਾਈਚ ਦੇ ਨਿਵਾਸੀ ਨੇ, ਇਹਨਾਂ ਦੇ ਸਿਰ ਦੇ ਵਿੱਚ ਸੱਟ ਹੈ, ਨੁਕੀਲੇ ਹਥਿਆਰ ਦੇ ਨਾਲ ਸੱਟ ਦੇ ਨਿਸ਼ਾਨ ਨੇ, ਘੜੀਸਿਆ ਵੀ ਗਿਆ ਤੇ ਨਾਲ ਹੀ ਸਰੀਰ ਦੇ ਹੋਰ ਹਿੱਸਿਆਂ ਦੇ ਉੱਤੇ ਵੀ ਸੱਟਾਂ ਦੇ ਨਿਸ਼ਾਨ ਦੱਸੇ ਗਏ ਨੇ। ਕਿਸਾਨ ਨਛੱਤਰ ਸਿੰਘ ਲਖੀਮਪੁਰ ਵਾਸੀ ਨੂੰ ਘੜੀਸੇ ਜਾਣ ਦੇ ਨਿਸ਼ਾਨ ਮਿਲੇ ਨੇ, ਸਰੀਰ ਦੇ ਹੋਰ ਹਿੱਸਿਆਂ ਦੇ ਉੱਤੇ ਵੀ ਸੱਟ ਲੱਗੀ ਹੈ ਤੇ ਸਿਰ ਦੇ ਵਿੱਚ ਵੀ ਸੱਟ ਲੱਗੇ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਪੱਤਰਕਾਰ ਰਮਨ ਕਸ਼ਪ ਵਾਸੀ ਲਖੀਮਪੁਰ, ਮੌਤ ਦਾ ਕਾਰਨ ਸਦਮਾ ਤੇ ਹੈਮਰੇਜ ਤੋਂ ਇਲਾਵਾ ਡੰਡਿਆਂ ਦੇ ਨਾਲ ਕੁੱਟ ਦੇ ਨਿਸ਼ਾਨ ਮਿਲੇ ਨੇ। ਸ਼ੁਭਮ ਮਿਸ਼ਰਾ, ਹਰੀਓਮ ਮਿਸ਼ਰਾ ਤੇ ਸ਼ਾਮ ਸੁੰਦਰ, ਇਹਨਾਂ ਨੂੰ ਘੜੀਸੇ ਜਾਣ ਦੇ, ਡੰਡਿਆਂ ਦੇ ਨਾਲ ਵਾਰ ਕਰਨ ਦੇ, ਸਦਮੇ ਦੇ ਤੇ ਹੈਮਰੇਜ ਦੇ ਕਰਕੇ ਮੌਤ ਦੇ ਕਾਰਨ ਦੱਸੇ ਗਏ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਇਹੋ ਜਿਹੀ ਬੇਭਰੋਸਗੀ ਪੈਦਾ ਹੋਈ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਚੱਲਦਾ ਜਿਹੜਾ ਕਿ ਆਪਣੇ ਵੱਡੇ ਆਕਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਰੂਪ ਦੇ ਵਿੱਚ ਹੁੰਦਾ। ਹੁਣ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਦੋਸ਼ ਲਾਇਆ ਗਿਆ ਵੀ ਕੇਂਦਰੀ ਰਾਜ ਮੰਤਰੀ ਦੇ ਮੁੰਡੇ ਨੂੰ ਬਚਾਉਣ ਦੇ ਲਈ ਗੋਲੀ ਵਾਲੀ ਗੱਲ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਕੱਢ ਦਿੱਤੀ ਗਈ ਹੈ। ਦੁਬਾਰਾ ਪੋਸਟਮਾਰਟਮ ਦੀ ਰਿਪੋਰਟ ਇਸ ਕਰਕੇ ਵੀ ਕਰਵਾਈ ਜਾ ਰਹੀ ਹੈ, ਇਸ ਕਰਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਕਿਉਂਕਿ ਜਦੋਂ ਕੋਈ ਇਹੋ ਜਿਹਾ ਗੰਭੀਰ ਮਾਮਲਾ ਹੋਵੇ ਤਾਂ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਪੋਸਟਮਾਰਟਮ ਰਿਪੋਰਟ ਦੀ। ਉਹ ਜਦੋਂ ਉਹ ਸਾਰਾ ਕੁਝ ਕੀਤਾ ਜਾਂਦਾ, ਚੀਰ ਫਾੜ ਕੀਤੀ ਜਾਂਦੀ ਹੈ, ਸਰੀਰ ਦੇ ਕਿਹੜੇ ਹਿੱਸੇ ਦੇ ਉੱਤੇ ਕੀ ਸੱਟ ਦੇ ਨਿਸ਼ਾਨ ਹੈ, ਜਦੋਂ ਇਸ ਗੱਲ ਦਾ ਪਤਾ ਲਾਉਣਾ ਹੋਵੇ ਤਾਂ ਫਿਰ ਵੀਡੀਓਗ੍ਰਾਫੀ ਹੁੰਦੀ ਹੈ ਤਾਂ ਜੋ ਕੱਲ੍ਹ ਨੂੰ ਕੋਈ ਸਵਾਲ ਨਾ ਕਰ ਸਕੇ। ਪਰ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਕਰਨ ਦੇ ਮੌਕੇ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਗਈ। ਇਹਦੇ ਪਿੱਛੇ ਕਾਰਨ ਕੀ ਹੋਇਆ? ਕਿਸਾਨ ਇਹ ਗੱਲ ਖੁਦ ਕਹਿੰਦੇ ਆ ਵੀ ਅਸੀਂ ਦੇਖਿਆ ਵੀ ਕਿਵੇਂ ਗੋਲੀਆਂ ਚਲਾ ਕੇ ਇੱਥੋਂ ਭੱਜਦੇ ਸੀ। ਜੇਕਰ ਨਾ ਗੋਲੀਆਂ ਚਲਾ ਕੇ ਭੱਜਦੇ ਹੁੰਦੇ ਤਾਂ ਸ਼ਾਇਦ ਕਿਸਾਨ ਉਹਨਾਂ ਨੂੰ ਵੀ ਢਾਹ ਲੈਂਦੇ, ਫੜ ਲੈਂਦੇ, ਉਹਨਾਂ ਨੂੰ ਸਜ਼ਾ ਦਿੰਦੇ ਜਿਹੜੇ ਲੋਕਾਂ ਨੇ ਇਹ ਕਰਤੂਤ ਕੀਤੀ ਹੈ। ਪਰ ਇਸ ਸਾਰੇ ਵਰਤਾਰੇ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਗੋਦੀ ਮੀਡੀਆ ਕਿਸ ਕਦਰ ਵਿਕਿਆ ਹੋਇਆ, ਬੀਜੇਪੀ ਦੇ ਝੋਲੀ ਚੁੱਕ ਨੇਤਾ ਕਿਸ ਕਦਰ ਵਿਕੇ ਹੋਏ ਆ, ਸਮਰਥਕ ਆ ਜਿਹੜੇ ਉਹ ਕਿਸ ਕਦਰ ਸੋਚ ਅਪਣਾਈ ਬੈਠੇ ਆ, ਤੇ ਸਿਖਰਲੇ ਆਗੂ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਬਾਕੀ ਕੇਂਦਰੀ ਮੰਤਰੀ, ਬਾਕੀ ਸੂਬਿਆਂ ਦੇ ਮੰਤਰੀ ਜਿਹੜੇ ਉਹ ਇਸ ਮਾਮਲੇ ਦੇ ਉੱਤੇ ਕਿਵੇਂ ਘੇਸਲ ਮਾਰੀ ਬੈਠੇ ਆ ਵੀ ਜਿਵੇਂ ਦੇਸ਼ ਦਾ ਹਿੱਸਾ ਹੀ ਨਹੀਂ ਲਖੀਮਪੁਰ, ਜਿਵੇਂ ਕਿਸਾਨ ਤਾਂ ਦੇਸ਼ ਦੇ ਵਾਸੀ ਹੀ ਨਹੀਂ, ਇਹ ਤਾਂ ਅਫਗਾਨਿਸਤਾਨ ਦੇ ਵਿੱਚੋਂ ਆਏ ਹੋਏ ਆ, ਇਹ ਤਾਂ ਕਿਸੇ ਹੋਰ ਸੂਬੇ ਦੇ ਕਿਸੇ ਹੋਰ ਦੇਸ਼ ਦੇ ਹੈਗੇ ਆ। ਇਹਨਾਂ ਦੇ ਉੱਤੇ ਆਪਾਂ ਕੀ ਤਰਸ ਕਰਨਾ, ਇਹਨਾਂ ਦੀ ਮੌਤ ਦੇ ਉੱਤੇ ਅਸੀਂ ਕੀ ਦੋ ਦੁੱਖ ਦੇ ਸ਼ਬਦ ਬੋਲਣੇ ਆ। ਸੋ ਹੈਰਾਨੀ ਹੁੰਦੀ, ਦੁੱਖ ਦੀ ਗੱਲ ਹੁੰਦੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਅਮਰੀਕਾ ਦੇ ਵਿੱਚ ਜੋ ਕੁਝ ਕੁ ਸਮਾਂ ਪਹਿਲਾਂ ਹਿੰਸਕ ਵਾਰਦਾਤ ਵਾਪਰੀ ਸੀ ਉਹਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕਹਿੰਦੇ ਵੀ ਲੋਕਤੰਤਰਕ ਦੇਸ਼ਾਂ ਦੇ ਵਿੱਚ ਇੱਦਾਂ ਕੰਮ ਜੱਚਦਾ ਨਹੀਂ, ਇੱਦਾਂ ਹੋਣਾ ਨਹੀਂ ਚਾਹੀਦਾ। ਤੇ ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਵੀ ਲੋਕਤੰਤਰਕ ਦੇਸ਼ਾਂ ਦੇ ਵਿੱਚ ਇੱਦਾਂ ਹੋਣਾ ਨਹੀਂ ਚਾਹੀਦਾ। ਅਮਰੀਕਾ ਦੇ ਮਾਮਲੇ 'ਚ ਸਾਡੀ ਸੋਚ ਹੋਰ ਆ। ਪਰ ਜਦੋਂ ਹੁਣ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਸੀਂ ਇਸ ਗੱਲ ਦੇ ਰੂਪ ਦੇ ਵਿੱਚ ਵਡਿਆਉਂਦੇ ਆ ਤੇ ਲਖੀਮਪੁਰ ਦੇ ਵਿੱਚ ਸਾਰਾ ਕੁਝ ਵਾਪਰਦਾ, ਤੁਸੀਂ ਯੂਪੀ ਦੇ ਵਿੱਚ ਹੀ ਲਖਨਊ 'ਚ ਜਾ ਕੇ ਪ੍ਰੋਗਰਾਮਾਂ ਦਾ ਉਦਘਾਟਨ ਕਰਦੇ ਆ। ਮਰੇ ਲੋਕਾਂ ਦਾ ਤੁਹਾਨੂੰ ਫਿਕਰ ਕੋਈ ਨਹੀਂ, ਮਰੇ ਲੋਕਾਂ ਦਾ ਤੁਹਾਨੂੰ ਦੁੱਖ ਕੋਈ ਨਹੀਂ। 10.5 ਮਹੀਨੇ ਤੋਂ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਆ, 600 ਤੋਂ ਵੱਧ ਕਿਸਾਨ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਆ। ਤੁਹਾਨੂੰ ਇਸ ਗੱਲ ਦਾ ਚੇਤਾ ਹੀ ਨਹੀਂ ਵੀ ਇਹ ਕਿਸਾਨ ਤੁਹਾਡੇ ਦੇਸ਼ ਦੇ ਹੀ ਆ। ਕੀ ਭਾਰਤ ਦਾ ਪ੍ਰਧਾਨ ਮੰਤਰੀ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਹੀਂ? ਕੀ ਮਜ਼ਦੂਰਾਂ ਦਾ ਪ੍ਰਧਾਨ ਮੰਤਰੀ ਨਹੀਂ?
ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦਾ ਪ੍ਰਧਾਨ ਮੰਤਰੀ ਨਹੀਂ? ਕੀ ਇਹ ਸਿਰਫ ਬੀਜੇਪੀ ਦੇ ਲੋਕਾਂ ਦਾ ਹੀ ਪ੍ਰਧਾਨ ਮੰਤਰੀ ਹੈ? ਜੇ ਕਿਸੇ ਸੂਬੇ ਦੇ ਵਿੱਚ ਕੋਈ ਹੋਰ ਪਾਰਟੀ ਦੀ ਸਰਕਾਰ ਹੈ, ਜੇਕਰ ਵਿਰੋਧ ਕਰਨ ਵਾਲੇ ਲੋਕ ਆ ਹੱਕੀ ਮੰਗਾਂ ਮਨਵਾਉਣ ਦੇ ਲਈ ਬਜਦ ਹੈਗੇ ਆ, ਤਾਂ ਕੀ ਆਪਾਂ ਉਹਨਾਂ ਨੂੰ ਇਹ ਗੱਲ ਕਹਿਣੀ ਵੀ ਤੁਸੀਂ ਸਾਡੇ ਨਹੀਂ, ਅਸੀਂ ਤੁਹਾਡੇ ਨਹੀਂ? ਸੋ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਰਵੱਈਆ ਹੈਰਾਨ ਕਰਦਾ, ਪਰੇਸ਼ਾਨ ਕਰਦਾ। ਇਸ ਤੋਂ ਪਹਿਲਾਂ ਵੀ ਝਾਤ ਮਾਰ ਕੇ ਦੇਖੋ, ਦੇਸ਼ ਦੇ ਵਿੱਚ ਕਿਸੇ ਵੀ ਮਸਲੇ ਦੇ ਉੱਤੇ ਅੱਗ ਲੱਗੀ ਹੁੰਦੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਮਨ ਕੀ ਬਾਤ ਦੇ ਵਿੱਚ ਅਵੱਲਾ ਵਿਸ਼ਾ ਲੈ ਕੇ ਬਹਿ ਜਾਂਦੇ ਆ। ਮੈਂ ਕੱਲ੍ਹ ਵੀ ਗੱਲ ਕਹੀ ਸੀ, ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੁਸਹਿਰੇ ਦੀ ਅਹਿਮੀਅਤ ਦੱਸੀ ਜਾਣ, ਹੋ ਸਕਦਾ ਦੀਵਾਲੀ ਦੇ ਬਾਬਤ ਕੁਝ ਨਾ ਕੁਝ ਦੱਸ ਕੇ ਜਾਣ। ਇਹਨਾਂ ਨੇ ਉਸ ਮੁੱਦੇ ਦੀ ਗੱਲ ਨਹੀਂ ਕਰਨੀ ਵੇਲੇ ਸਰ ਜਿਹੜਾ ਮੁੱਦਾ ਸਭ ਤੋਂ ਵੱਧ ਭਖਵਾ ਹੁੰਦਾ, ਜਿਹਦੇ ਉੱਤੇ ਦੋ ਸ਼ਬਦ ਮੂੰਹ ਦੇ ਵਿੱਚੋਂ ਕੱਢਣੇ ਚਾਹੀਦੇ ਆ, ਕਿਉਂਕਿ ਜੇਕਰ ਦੋ ਸ਼ਬਦ ਮੂੰਹ ਦੇ ਵਿੱਚੋਂ ਕੱਢਣਗੇ ਤਾਂ ਫਿਰ ਆਪਦੀ ਕਿਰਕਰੀ ਹੁੰਦੀ ਹੈ। ਕਿਉਂਕਿ ਗੁੰਡੇ ਬਦਮਾਸ਼ ਆ ਜਿਹੜੇ ਇਸ ਵਕਤ ਇਸ ਕਦਰ ਹਾਵੀ ਹੋਏ ਵੇ ਆ ਵੀ ਉਹਨਾਂ ਦੇ ਬਾਬਤ ਕੁਝ ਬੋਲਣ ਦੀ ਸਮਰੱਥਾ ਨਾ ਤਾਂ ਹੈਗੀ ਆ ਗੋਦੀ ਮੀਡੀਆ ਦੇ ਵਿੱਚ ਤੇ ਨਾ ਹੀ ਸਿਖਰਲੀਆਂ ਕੁਰਸੀਆਂ ਦੇ ਉੱਤੇ ਬੈਠੇ ਲੋਕਾਂ ਦੇ ਵਿੱਚ। ਦੇਸ਼ ਇਸ ਵਕਤ ਕਿਹੜੇ ਪਾਸੇ ਨੂੰ ਮੋੜ ਕੱਟ ਰਿਹਾ? ਮਹਿੰਗਾਈ ਦੇ ਕਰਕੇ ਹੱਕੀ ਮੰਗਾਂ ਮੰਨਦੇ ਲੋਕ ਮਰ ਰਹੇ ਆ, ਮਾਰੇ ਜਾ ਰਹੇ ਆ, ਬਦਨਾਮ ਕੀਤੇ ਜਾ ਰਹੇ ਆ, ਝੰਜੋੜਿਆ ਜਾ ਰਿਹਾ, ਉਹਨਾਂ ਦੇ ਨਾਲ ਅਪਰਾਧੀਆਂ ਵਰਗਾ ਵਿਹਾਰ ਕੀਤਾ ਜਾ ਰਿਹਾ ਤੇ ਹਾਲੇ ਇਹ ਗੱਲ ਕਹੀ ਜਾਂਦੀ ਹੈ ਕਿਸਾਨ ਕੀ ਆਮਦਨ ਦੁੱਗਣੀ ਕरेंगे। ਮੌਤਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ, ਮੌਤਾਂ ਦੀ ਗਿਣਤੀ ਚੌਗਣੀ ਵੀ ਹੋ ਜਾਣੀ ਆ, ਪਰ ਇਹਨਾਂ ਨੇ ਦੁੱਗਣੀ ਆਮਦਨ ਪਤਾ ਨਹੀਂ ਕਿਵੇਂ ਕਰਨੀ ਆ। ਜੇ 40 ਰੁਪਏ ਕੁਇੰਟਲ ਵਾਧਾ ਕਰਕੇ ਇੱਕ ਫਸਲ ਦੇ ਵਿੱਚ ਤੇ ਫਿਰ ਅਸੀਂ ਕਹੀਏ ਵੀ ਆਮਦਨ ਦੁੱਗਣੀ ਹੋ ਜਾਂਦੀ ਹੈ, ਭਾਈ ਤੁਹਾਡੇ ਹਿਸਾਬ ਕਿਤਾਬ ਦੇ ਨਾਲ ਹੋ ਜਾਂਦੀ ਹੋਣੀ ਹੈ। ਦੇਸ਼ ਦੇ ਕਿਸਾਨ ਤਾਂ ਇਸ ਗੱਲ ਨੂੰ ਮੰਨਦੇ ਨਹੀਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੰਘੇ ਕੱਲ੍ਹ ਅਮਿਤ ਸ਼ਾਹ ਨੂੰ ਮਿਲੇ ਆ। 4 ਉਹਨਾਂ ਨੇ ਮੁੱਖ ਗੱਲਾਂ ਕੀਤੀਆਂ। ਉਹਦੇ ਵਿੱਚ ਇੱਕ ਤਾਂ ਗੱਲ ਉਹਨਾਂ ਨੇ ਅਮਿਤ ਸ਼ਾਹ ਨੂੰ ਕਹੀ ਆ ਕਿ ਲਖੀਮਪੁਰ ਦੀ ਘਟਨਾ ਦੇ ਬਾਬਤ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਵੀ ਚਾਹੀਦੀਆਂ, ਪਤਾ ਨਹੀਂ ਕਦੋਂ ਮਿਲਣੀਆਂ। ਇਹਦੇ ਬਾਬਤ ਤਾਂ ਅਮਿਤ ਸ਼ਾਹ ਹੋਰੀ, ਪ੍ਰਧਾਨ ਮੰਤਰੀ ਹੋਰੀ, ਯੋਗੀ ਹੋਰੀ ਜਾਣਦੇ ਆ। ਦੂਜੀ ਉਹਨਾਂ ਨੇ ਮੰਗ ਰੱਖੀ ਹੈ ਜੀ ਕਿ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ, ਕਰਨੇ ਚਾਹੀਦੇ ਆ, ਇਸ ਤੋਂ ਪਹਿਲਾਂ ਹੀ ਕਰ ਦੇਣੇ ਚਾਹੀਦੇ ਸੀ, ਪਰ ਇਹ ਵੀ ਚੋਣਾਂ ਦੇ ਮੱਦੇਨਜ਼ਰ ਸ਼ਾਇਦ ਰੱਦ ਕਰ ਦੇਣ ਜਾਂ ਇਸ ਮਾਮਲੇ ਦੇ ਉੱਤੇ ਕੋਈ ਵਿਚਕਾਰਲਾ ਰਾਹ ਕੱਢਣ। ਉੱਦਾਂ ਇਹਨਾਂ ਦਾ ਮਨ ਨਹੀਂ ਕਰਦਾ ਹਾਲ ਦੀ ਘੜੀ। ਤੀਜੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਜੋ ਸਰਹੱਦਾਂ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਬਣਾਈ ਜਾਵੇ, ਬਿਲਕੁਲ ਚਾਹੀਦੀ ਹੈ। ਤੇ ਚੌਥੀ ਮਹੱਤਵਪੂਰਨ ਮੰਗ ਉਹਨਾਂ ਨੇ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਇਹ ਚਾਰੇ ਮੰਗਾਂ ਬਹੁਤ ਮਹੱਤਵਪੂਰਨ, ਵਾਜਬ ਵੀ ਹੈ, ਪਰ ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਨਵੇਂ ਬਣੇ ਉਹਨਾਂ ਦੀ ਗੱਲ ਦੇ ਵੱਲ ਗੌਰ ਫਰਮਾਈ ਹੋਊਗੀ ਕਿ ਨਹੀਂ। ਕੁਝ ਕੁ ਦਿਨ ਪਹਿਲਾਂ ਚੰਨੀ ਸਾਹਿਬ ਆ ਜਿਹੜੇ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਤੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ ਵੀ ਮਿਲੇ ਆ। ਉਦੋਂ ਵੀ ਉਹਨਾਂ ਨੇ ਕਈ ਮਹੱਤਵਪੂਰਨ ਗੱਲਾਂ ਕਹੀਆਂ, ਖੇਤੀ ਕਾਨੂੰਨ ਰੱਦ ਕਰਨ ਦੇ ਬਾਰੇ, ਕੁਝ ਹੋਰ ਮਸਲਿਆਂ ਦੇ ਬਾਰੇ। ਉਹ ਗੱਲਾਂ ਸੁਣੀਆਂ, ਪਤਾ ਨਹੀਂ ਮੋਦੀ ਸਾਹਿਬ ਨੇ ਚੇਤੇ ਰੱਖੀਆਂ ਕਿ ਨਹੀਂ ਰੱਖੀਆਂ, ਪਰ ਚਲੋ ਗੱਲ ਤਾਂ ਕਰਦੇ ਰਹਿਣਾ ਚਾਹੀਦਾ। ਕੀ ਪਤਾ ਕੋਈ ਨਾ ਕੋਈ ਗੱਲ ਕਰਨੀ ਪੈ ਜੇ ਤਾਂ ਮਸਲੇ ਦਾ ਹੱਲ ਨਿਕਲ ਆਵੇ ਕੋਈ ਨਾ ਕੋਈ। ਪਰ ਇਹ ਪਤਾ ਲੱਗਾ ਜੀ ਕਿ ਸੋਨੀਆ ਗਾਂਧੀ ਦੇ ਨਾਲ ਵੀ ਮੁਲਾਕਾਤ ਚਰਨਜੀਤ ਸਿੰਘ ਚੰਨੀ ਦੀ ਹੋਣੀ ਆ। ਇਹ ਵੀ ਪਤਾ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਛੁੱਟੀ ਕਰਨ ਦੇ ਬਾਬਤ ਹਾਈ ਕਮਾਂਡ ਤਿਆਰੀ ਕਰੀ ਬੈਠੀ ਹੈ। ਨਵਜੋਤ ਸਿੰਘ ਸਿੱਧੂ ਦੀ ਛੁੱਟੀ ਕਿਉਂ ਕਰਨ ਦੀ ਤਿਆਰੀ ਹੈ? ਹੁਣ ਸਵਾਲ ਇਹ ਪੈਦਾ ਹੁੰਦਾ। ਸਿੱਧੂ ਨੇ ਪਿਛਲੇ ਦਿਨੀ ਅਚਾਨਚੱਕ ਅਸਤੀਫਾ ਦੇਤਾ, ਕਹਿੰਦੇ ਵੀ ਮੇਰੀ ਪ੍ਰਧਾਨਗੀ ਸਾਂਭ ਲਓ। ਉਹ ਕਹਿੰਦੇ ਵੀ ਮੈਨੂੰ ਨਹੀਂ ਇਹੋ ਜਿਹੀ ਪ੍ਰਧਾਨਗੀ ਚਾਹੀਦੀ ਜਿੱਥੇ ਫੈਸਲੇ ਹੀ ਗਲਤ ਹੋਈ ਜਾਂਦੇ ਆ। ਕਾਂਗਰਸ ਹਾਈ ਕਮਾਂਡ ਨੂੰ ਇਸ ਗੱਲ ਦਾ ਡਰ ਸਤਾਈ ਜਾਂਦਾ ਹੈ ਵੀ ਹਾਲੇ ਤਾਂ ਚਲੋ 3-4 ਮਹੀਨੇ ਵੋਟਾਂ ਦੇ ਵਿੱਚ ਪਏ ਆ, ਫਰਵਰੀ 'ਚ ਵੋਟਾਂ ਪੈਣੀਆਂ। ਜੇ ਐਨ ਮੌਕੇ ਦੇ ਉੱਤੇ ਆ ਕੇ ਜੇਕਰ ਅਸੀਂ ਚੰਨੀ ਦਾ ਚਿਹਰਾ ਮੂਹਰੇ ਕਰਤਾ ਵੀ ਭਾਈ ਇਹਦੇ ਚਿਹਰੇ ਦੇ ਆਧਾਰ ਦੇ ਉੱਤੇ ਚੋਣਾਂ ਲੜਦੀਆਂ, ਤੇ ਸਿੱਧੂ ਸਾਹਿਬ ਫੇਰ ਬਿਟਰ ਜਾਣਗੇ ਵੀ ਨਾ, ਮੈਂ ਆਪਣੇ ਨਾਂ ਦੇ ਉੱਤੇ ਚੋਣ ਲੜਨੀ ਆ, ਕਾਂਗਰਸ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਮੇਰੇ ਨਾਂ ਦੇ ਉੱਤੇ ਚੋਣ ਲੜੀ ਜਾਵੇ। ਸੋ ਇਸ ਗੱਲੋਂ ਹਾਈ ਕਮਾਂਡ ਡਰਦੀ ਆ ਵੀ ਕਿਤੇ ਐਂ ਨਾ ਹੋਵੇ ਵੀ ਮੌਕੇ ਦੇ ਉੱਤੇ ਕਲੇਸ਼ ਫੇਰ ਪੈਦਾ ਹੋ ਜੇ ਤੇ ਰੌਲਾ ਉੱਡੇ ਦਾ ਉੱਡਾ ਰਹਿ ਜੇ, ਤੇ ਫਿਰ ਸਾਡੀ ਬਦਖੋਹੀ ਵੀ ਹੋਊਗੀ ਤੇ ਸਾਡੇ ਪਿੜ ਪੱਲੇ ਵੀ ਕੁਝ ਨਹੀਂ ਪੈਣਾ। ਵੈਸੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਨੇ ਗੱਲ ਕਹੀ ਹੈ ਵੀ ਜਿਹੋ ਜਿਹਾ ਇਸ ਵਕਤ ਕਾਟੋ ਕਲੇਸ਼ ਕਾਂਗਰਸ 'ਚ ਚੱਲਦਾ, ਉਹ ਕਹਿੰਦੇ ਮੈਨੂੰ ਨਹੀਂ ਲੱਗਦਾ ਵੀ 15 ਤੋਂ ਵੱਧ ਸੀਟਾਂ ਕਾਂਗਰਸ ਲੈ ਕੇ ਜਾਊਗੀ। ਬਾਕੀ ਵਕਤ ਦੱਸੂਗਾ ਬਣਦਾ ਕੀ ਆ, ਪਰ ਕਾਂਗਰਸ ਦਾ ਕਲੇਸ਼ ਉਹਨੂੰ ਲੈ ਬੈਠੂਗਾ ਹੁਣ ਇਹ ਪ੍ਰਤੀਤ ਹੁੰਦਾ। ਕਿਉਂਕਿ ਚੰਨੀ ਸਾਹਿਬ ਆ ਜਿਹੜੇ ਉਹ ਕੁਝ ਕੁ ਫੈਸਲੇ ਕਰ ਰਹੇ ਆ, ਕੁਝ ਕੁ ਮਸਲੇ ਹੱਲ ਕਰਨ ਦੀ ਗੱਲ ਵੀ ਕਰਦੇ ਆ। ਉਹਨਾਂ ਦੀ ਸਾਦਗੀ ਨੇ 1 ਹਫ਼ਤਾ 10 ਦਿਨ ਲੋਕਾਂ ਦੇ ਮਨਾਂ ਉੱਤੇ ਵਧੀਆ ਪ੍ਰਭਾਵ ਛੱਡਿਆ, ਕੋਈ ਦੋ ਰਾਇਆ ਨਹੀਂ। ਉਹ ਨਾਇਕ ਫਿਲਮ ਦੇ ਤੇ ਅਨਿਲ ਕਪੂਰ ਵਰਗੇ ਲੱਗੇ, ਪਰ ਹੁਣ ਲੋਕ ਪ੍ਰੈਕਟੀਕਲ ਮੰਗਦੇ ਆ ਵੀ ਆਹ ਦੱਸੋ ਵੀ ਤੁਸੀਂ ਕਰਦੇ ਕੀ ਆ, ਇਸ ਮਸਲੇ ਤੇ ਕੀ ਕੀਤਾ, ਉਸ ਮਸਲੇ ਤੇ ਕੀ ਕਰੋਗੇ, ਇਸ ਮਸਲੇ ਤੇ ਆਹ ਕੁਝ ਕਿਉਂ ਨਹੀਂ ਕੀਤਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਉਹਨਾਂ ਨੇ 1 ਹਫ਼ਤਾ ਪਹਿਲਾਂ ਹੀ ਅਸਤੀਫਾ ਦਿੱਤਾ ਸੀ, ਜਿਹਨੂੰ ਕਾਂਗਰਸ ਹਾਈ ਕਮਾਨ ਮਨਜ਼ੂਰ ਕਰ ਸਕਦੀ ਹੈ। ਇਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਸੱਦਿਆ ਗਿਆ। ਉਹਨਾਂ ਨਾਲ ਰਵਨੀਤ ਸਿੰਘ ਬਿੱਟੂ ਤੇ ਕੁਲਜੀਤ ਸਿੰਘ ਨਾਗਰਾ ਨੂੰ ਵੀ ਸੱਦਿਆ ਗਿਆ। ਸਿੱਧੂ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਬਿੱਟੂ ਜਾਂ ਨਾਗਰਾ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪੀ ਜਾ ਸਕਦੀ ਹੈ। ਕਾਂਗਰਸੀ ਸੂਤਰਾਂ ਦੇ ਮੁਤਾਬਕ ਸਿੱਧੂ ਦੇ ਜ਼ਿੱਦੀ ਰਵੱਈਏ ਤੋਂ ਨਾਰਾਜ਼ ਕਾਂਗਰਸ ਹਾਈ ਕਮਾਨ ਇਹ ਫੈਸਲਾ ਲੈ ਸਕਦੀ ਹੈ। ਤਿੰਨਾਂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਣੀ ਹੈ।
ਹਾਲਾਂਕਿ ਇਹਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਮੀਟਿੰਗ ਤੋਂ ਬਾਅਦ ਹੀ ਹੋ ਸਕਦੀ ਹੈ। ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਹਟਾਉਣ ਦੀ ਮੰਗ ਦੇ ਉੱਤੇ ਸਿੱਧੂ ਅੜੇ ਹੋਏ ਨੇ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ UPSC ਦੇ ਵੱਲੋਂ 3 ਅਫਸਰਾਂ ਦਾ ਪੈਨਲ ਆਉਣ ਤੋਂ ਬਾਅਦ ਉਹ ਇਸ ਮਾਮਲੇ ਦੇ ਉੱਤੇ ਫੈਸਲਾ ਲੈਣਗੇ। ਐਡਵੋਕੇਟ ਜਨਰਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਲੈ ਕੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੂੰ ਦੇ ਦਿੱਤਾ ਗਿਆ। ਇਸ ਦੇ ਬਾਵਜੂਦ ਸਿੱਧੂ ਦੀ ਨਾਰਾਜ਼ਗੀ ਖਤਮ ਨਹੀਂ ਹੋਈ। ਉਹ ਸੰਗਠਨ ਤੇ ਸਰਕਾਰ ਨੂੰ ਅਲੱਗ ਤੋਂ ਚਲਾ ਰਹੇ ਨੇ। ਕਾਂਗਰਸ ਹਾਈਕਮਾਨ ਨੇ ਸਿੱਧੂ ਦੀ ਜ਼ਿੱਦ ਨੂੰ ਪੂਰੀ ਕਰਦਿਆਂ ਸੁਨੀਲ ਜਾਖੜ ਨੂੰ ਹਟਾ ਕੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਉਹਨਾਂ ਦੀ ਜ਼ਿੱਦ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ। ਇਸ ਤੋਂ ਬਾਅਦ ਉਹ CM ਚੰਨੀ ਦੇ ਨਾਲ ਵੀ ਨਾਰਾਜ਼ ਹੋ ਕੇ ਬੈਠ ਗਏ। ਮੰਨਿਆ ਜਾ ਰਿਹਾ ਕਿ ਹਾਈਕਮਾਨ ਵੀ ਇਸ ਗੱਲ ਨੂੰ ਲੈ ਕੇ ਹੁਣ ਖਫਾ ਹੋ ਗਈ ਹੈ, ਜਿਸ ਤੋਂ ਬਾਅਦ ਸਿੱਧੂ ਦੀ ਛੁੱਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁਲਜੀਤ ਨਾਗਰਾ ਨੂੰ ਚੰਨੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨਾ ਤੈਅ ਸੀ। ਅੰਤਮ ਵਕਤ ਦੇ ਉੱਤੇ ਉਹਨਾਂ ਦਾ ਨਾਂ ਕੱਟ ਦਿੱਤਾ ਗਿਆ। ਨਾਗਰਾ ਹਾਲੇ ਵੀ ਕਾਂਗਰਸ ਦੇ ਵਰਕਿੰਗ ਪ੍ਰਧਾਨ ਨੇ, ਯਾਨੀ ਕਿ ਕਾਰਜਕਾਰੀ ਪ੍ਰਧਾਨ ਨੇ। ਸੰਭਵ ਹੈ ਕਿ ਸਿੱਧੂ ਨੂੰ ਹਟਾਉਣ ਤੋਂ ਬਾਅਦ ਨਾਗਰਾ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ। ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮੀ ਰੱਖਦੇ ਨੇ। ਸੋ ਪੰਜਾਬ ਦਾ ਨਵਾਂ ਪ੍ਰਧਾਨ ਇਹਨਾਂ ਦੋਹਾਂ ਦੇ ਵਿੱਚੋਂ ਕੌਣ ਹੋਏਗਾ, ਇਹ ਵਕਤ ਦੱਸੂਗਾ। ਇੱਥੇ ਵੀ ਦੱਸਣਾ ਬਣਦਾ ਕਿ ਨਵਜੋਤ ਸਿੰਘ ਸਿੱਧੂ ਨੇ 22 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਸੰਭਾਲੀ ਸੀ। ਉਹਨਾਂ ਨੇ ਕਰੀਬ 2.5 ਮਹੀਨੇ ਬੀਤਣ ਦੇ ਬਾਵਜੂਦ ਵੀ ਸੰਗਠਨ ਨਹੀਂ ਬਣਾਇਆ। ਪੰਜਾਬ ਦੇ ਵਿੱਚ ਜਨਵਰੀ 2020 ਦੇ ਵਿੱਚ ਸਾਰੇ ਸੂਬਿਆਂ ਤੇ ਜ਼ਿਲ੍ਹਾ ਪੱਧਰ ਦੀਆਂ ਇਕਾਈਆਂ ਭੰਗ ਕੀਤੀਆਂ ਹੋਈਆਂ ਨੇ। ਸੋ ਸਿੱਧੂ ਸੰਗਠਨ ਬਣਾਉਣ ਦੀ ਥਾਂ ਸਰਕਾਰ ਨਾਲ ਟੱਕਰ ਲੈ ਚੁੱਕੇ ਨੇ। ਪੰਜਾਬ ਦੇ ਵਿੱਚ 3 ਮਹੀਨੇ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਆਸ ਹੈ। ਸੋ ਬਿਨਾਂ ਸੰਗਠਨ ਦੇ ਕਾਂਗਰਸ ਦੀ ਮੁਸ਼ਕਲ ਵੱਧ ਸਕਦੀ ਹੈ। ਇਹੀ ਗੱਲ ਹਾਈਕਮਾਨ ਨੂੰ ਸਤਾ ਰਹੀ ਹੈ। ਇਸ ਤੋਂ ਇਲਾਵਾ ਸਿੱਧੂ ਅਗਲੀਆਂ ਚੋਣਾਂ ਦੇ ਵਿੱਚ ਖੁਦ ਨੂੰ CM ਚਿਹਰਾ ਐਲਾਨੇ ਜਾਣ ਦੀ ਮੰਗ ਵੀ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜੇ ਮੁੱਦੇ DGP ਤੇ AG ਦੇ ਮੁਤਲਕ ਚੁੱਕੇ ਗਏ, ਇਹ ਆਪਣੀ ਥਾਂ ਦੇ ਉੱਤੇ ਵਾਜਬ ਹੈ। ਕਿਉਂਕਿ ਜਿਹੜੇ ਬੰਦਿਆਂ ਦਾ ਕਿਰਦਾਰ ਦਾਗੀ ਹੋਵੇ, ਜਿਵੇਂ ਕਿ ਉਹਨਾਂ ਨੇ ਦੋਸ਼ ਲਾਏ ਆ, ਉਹਨਾਂ ਦੇ ਕੋਲੋਂ ਇਨਸਾਫ ਦੀ ਆਸ ਰੱਖੀ ਨਹੀਂ ਜਾ ਸਕਦੀ। ਪਰ ਸਿੱਧੂ ਸਾਹਿਬ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਗੁੱਸੇ ਹੋ ਕੇ ਆਪਣੀ ਇਮੇਜ ਬਹੁਤ ਵੱਡੀ ਖਰਾਬ ਕਰ ਚੁੱਕੇ ਆ। ਹਾਈਕਮਾਨ ਕਦੇ ਉਹਨਾਂ ਦੇ ਉੱਤੋਂ ਜਾਨ ਵਾਰ ਨਹੀਂ ਸੀ। ਜੋ ਸਿੱਧੂ ਨੇ ਕਹਿਤਾ ਉਹ ਬਸ ਫਟਾਫਟ ਹੋ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਲਾਹਤਾ ਸਿੱਧੂ ਦੇ ਕਹੇ, ਜਾਖੜ ਨੂੰ ਪ੍ਰਧਾਨਗੀ ਤੋਂ ਲਾਹਤਾ ਸਿੱਧੂ ਦੇ ਕਹੇ, ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਸਿੱਧੂ ਹੋਰਾਂ ਨੇ, ਸੁਨੀਲ ਜਾਖੜ ਨੂੰ ਨਹੀਂ ਬਣਨ ਦਿੱਤਾ ਸਿੱਧੂ ਹੋਰਾਂ ਨੇ, ਚੰਨੀ ਹੋਰਾਂ ਦੇ ਉੱਤੇ ਡੋਰੇ ਪਾਏ ਗਏ ਪਰ 2-3 ਦਿਨਾਂ ਬਾਅਦ ਉਹ ਡੋਰੇ ਲੈ ਗਏ। ਸੋ ਮੰਨਿਆ ਇਹ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਕਾਂਗਰਸ ਦੀ ਧਾਰਨਾ ਬਣ ਗਈ ਹੈ ਕਿ ਸਿੱਧੂ ਹੋਰੀ ਕਿਸੇ ਵੀ ਪਾਰਟੀ ਦੇ ਵਿੱਚ ਫਿੱਟ ਹੋ ਕੇ ਚੱਲਦੇ ਨਹੀਂ। ਹਾਲਾਂਕਿ ਸਿੱਧੂ ਹੋਰਾਂ ਦੇ ਵੱਲੋਂ ਪਰਸੋਂ ਆਪਾਂ ਜਾਣਦੇ ਹਾਂ ਕਿ ਰਾਜ ਭਵਨ ਦੇ ਬਾਹਰ ਲਖੀਮਪੁਰ ਘਟਨਾ ਦੇ ਮੁਤਲਕ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕੀਤਾ ਗਿਆ। ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਕਾਂਗਰਸ ਦੀ ਪ੍ਰਧਾਨਗੀ ਜਾਂ ਕਿਸੇ ਵੀ ਅਹੁਦੇ ਦੇ ਉੱਤੇ ਰਵਾਂ ਨਾ ਰਵਾਂ, ਪਰ ਮੈਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਹਮੇਸ਼ਾ ਖੜਾ ਰਹੂੰਗਾ। ਇਹਨਾਂ ਗੱਲਾਂ ਦੇ ਬਾਵਜੂਦ ਸਿੱਧੂ ਹੋਰਾਂ ਦੇ ਪ੍ਰਤੀ ਹਾਈਕਮਾਨ ਦਾ ਵਿਹਾਰ ਤੇ ਨਜ਼ਰੀਆ ਕਾਫੀ ਬਦਲ ਗਿਆ। ਉਹ ਇਸ ਕਰਕੇ ਕਿਉਂਕਿ ਚੋਣਾਂ ਸਿਰ ਦੇ ਉੱਤੇ ਆ ਤੇ ਸਿੱਧੂ ਸਾਹਿਬ ਦੇ ਹਿੱਸੇ ਦੇ ਵਿੱਚ ਜਿਹੜਾ ਕੰਮ ਆਉਂਦਾ ਪ੍ਰਧਾਨ ਹੋਣ ਦੇ ਨਾਤੇ, ਉਹ ਉਸ ਕੰਮ ਨੂੰ ਕਰਨ ਦੀ ਥਾਂ ਦੇ ਉੱਤੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਕਿ ਉਹਨਾਂ ਦੇ ਹਿੱਸੇ ਦੇ ਵਿੱਚ ਬਿਲਕੁਲ ਨਹੀਂ ਆਉਂਦਾ। ਉਹ ਇਹ ਚਾਹੁੰਦੇ ਜੀ ਕਿ ਸਰਕਾਰ ਵੀ ਮੇਰੇ ਹੱਥ ਦੇ ਵਿੱਚ ਰਵੇ, ਅਹੁਦਾ ਵੀ ਮੈਨੂੰ ਮੇਰੀ ਮਰਜ਼ੀ ਦੇ ਮੁਤਾਬਕ ਮਿਲੇ, ਤੇ ਕੋਈ ਵੀ ਪਾਰਟੀ ਹੋਵੇ ਤੇ ਉਹ ਮਰਜ਼ੀ ਦੇ ਮੁਤਾਬਕ ਸਾਰਾ ਕੁਝ ਦੇ ਨਹੀਂ ਸਕਦੀ। ਇਸ ਗੱਲ ਨੂੰ ਸਿੱਧੂ ਸਾਹਿਬ ਸਮਝ ਨਹੀਂ ਰਹੇ ਹਾਲ ਦੀ ਘੜੀ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਬਤ ਬਹੁਤ ਵੱਡੇ ਪੱਧਰ ਤੇ ਸਵਾਲ ਉੱਠ ਰਹੇ ਕਿ ਕੀ ਬਣੂਗਾ, ਕੀ ਭਗਵੰਤ ਮਾਨ CM ਕੈਂਡੀਡੇਟ ਬਣਨਗੇ ਜਾਂ ਕੇਜਰੀਵਾਲ ਦੀ ਨਜ਼ਰ ਦੇ ਵਿੱਚ ਕੋਈ ਹੋਰ ਚਿਹਰਾ। ਉਹਦਾ ਕਾਰਨ ਇੱਕ ਇਹ ਵੀ ਹੈ ਵੀ ਇਸ ਵਕਤ ਜੋ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਠੰਡਾ ਬੱਠਾ ਚੱਲ ਰਿਹਾ, ਉਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋਣੇ ਕੁਦਰਤੀ ਵੀ ਹੈ। ਭਗਵੰਤ ਮਾਨ ਹੋਰੀ ਇਹ ਗੱਲ ਕਹਿੰਦੇ ਆ ਕਿ ਮੈਂ ਪਾਰਟੀ ਦਾ ਆਗਿਆਕਾਰ ਸਿਪਾਹੀ ਹਾਂ, ਪਰ ਭਗਵੰਤ ਮਾਨ ਦੀ ਭੇਤ ਭਰੀ ਚੁੱਪ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ ਮੀਟਿੰਗ ਪਹਿਲਾਂ ਕੀਤੀ, ਉਸ ਤੋਂ ਬਾਅਦ ਭਗਵੰਤ ਮਾਨ ਹੋਰੀ ਹੁਣ ਬਿਲਕੁਲ ਸ਼ਾਂਤ ਹੈ। ਹਾਲਾਂਕਿ ਉਹ ਵਿੱਚ ਵਿਚਾਲੇ ਵੱਖ-ਵੱਖ ਮੁੱਦਿਆਂ ਦੇ ਉੱਤੇ ਬੋਲਦੇ ਵੀ ਹੈ, ਪਰ ਪਹਿਲਾਂ ਵਾਲੀ એનર્ਜੀ, ਪਹਿਲਾਂ ਵਾਲੀ ਤਾਜ਼ਗੀ, ਪਹਿਲਾਂ ਵਾਲੀ ਊਰਜਾ ਭਗਵੰਤ ਮਾਨ ਦੇ ਵਿੱਚ ਵੀ ਦਿਸਦੀ ਨਹੀਂ। ਇਸ ਹਾਲਾਤ ਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ 100 ਕਿਸਮ ਦੇ ਸਵਾਲ ਆ। ਵੋਟਰ ਹੋਣ ਦੇ ਨਾਤੇ ਉਹ ਸਵਾਲ ਇੱਥੇ ਬੈਠ ਕੇ ਦਰਸ਼ਕਾਂ ਨਾਲ ਸਾਂਝੇ ਕਰਨੇ ਬਣਦੇ ਆ। ਲੋਕ ਇਹ ਸਵਾਲ ਕਰਦੇ ਆ ਵੀ ਤੀਜੇ ਬਦਲ ਦੇ ਵੱਲ ਅਸੀਂ ਝਾਕ ਲਾਈ ਸੀ, ਪਰ ਤੀਜਾ ਬਦਲ ਇਸ ਕਰਕੇ ਨਹੀਂ ਲੈ ਕੇ ਆਂਦਾ ਕਿਉਂਕਿ ਕੇਜਰੀਵਾਲ ਨੇ ਭਰੋਸਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ, ਰਵਾਇਤੀ ਪਾਰਟੀਆਂ ਤੋਂ ਖੜਾ ਛੁਡਵਾਵਾਂਗੇ। ਨਾ ਉਹ ਕੁਝ ਕਰਦੇ ਆ ਤੇ ਨਾ ਪੰਜਾਬ ਦੇ ਵਿੱਚ ਹੁਣ ਜਦੋਂ 3-4 ਮਹੀਨੇ ਵੋਟਾਂ 'ਚ ਰਹਿ ਗਏ ਤੀਜੇ ਬਦਲ ਦੀ ਆਸ ਕੀਤੀ ਜਾ ਸਕਦੀ ਹੈ। ਲੋਕ ਇਹ ਗੱਲ ਕਹਿੰਦੇ ਵੀ ਓਵਰ ਕੌਨਫੀਡੈਂਸ ਦੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਪਹਿਲਾਂ ਰਗੜੀ ਗਈ 17 ਦੇ ਵਿੱਚ, ਤੇ ਉਹੀ ਇਸ ਵਕਤ ਤਰੀਕਾ ਅਪਣਾਇਆ ਹੋਇਆ, ਉਹੀ ਹਾਲਾਤ ਐਤਕੀ ਹੋਣ ਦੀ ਆਸ ਹੈ। ਲੋਕ ਇਹ ਗੱਲ ਕਹਿੰਦੇ ਵੀ ਜੇਕਰ ਭਗਵੰਤ ਮਾਨ ਨੇ ਪਾਰਟੀ ਲਈ ਬਹੁਤ ਕੰਮ ਕੀਤਾ, ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ, ਉਹਨੇ ਆਪਣੀ ਕਲਾਕਾਰੀ ਛੱਡੀ ਹੈ, ਲੱਖਾਂ ਰੁਪਏ ਦਾ ਕੀਤਾ ਉਹਨੇ ਛੱਡਿਆ, ਤੇ ਫਿਰ ਕੇਜਰੀਵਾਲ ਹੋਰੀ ਉਸ ਤੋਂ ਚੰਗਾ ਬੰਦਾ ਕਿਹੜਾ ਲੱਭਦੇ ਆ।
ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਭਗਵੰਤ ਮਾਨ ਦੇ ਵਿੱਚ ਆ ਊਣਤਾਈਆਂ, ਜਿਨ੍ਹਾਂ ਨੂੰ ਹੁਣ ਤੱਕ ਉਹਨਾਂ ਨੇ ਵੋਟਾਂ ਪਾਈਆਂ, ਉਹਨਾਂ ਲੋਕਾਂ ਦੇ ਵਿੱਚ ਕਿਹੜੀਆਂ ਗੁਣਾਂ ਦੀਆਂ ਗੁਥਲੀਆਂ ਰਹੀਆਂ ਜਾਂ ਉਹ ਗੁਣਾਂ ਦੀਆਂ ਗੁਥਲੀਆਂ ਬਣ ਘੁੰਮਦੇ ਆ। ਲੋਕ ਇਹਦੇ ਬਾਬਤ ਵੀ ਉੱਤਰ ਮੰਗਦੇ ਆ। ਲੋਕ ਇਹ ਵੀ ਗੱਲ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਕੋਲੇ ਕੀ ਭਗਵੰਤ ਮਾਨ ਤੋਂ ਕੋਈ ਵੱਡਾ ਚਿਹਰਾ ਹੈ ਜਿਹਦੇ ਉੱਤੇ ਮਾਲਵਾ ਖਿੱਤਾ, ਘੱਟੋ ਘੱਟ ਮਾਲਵਾ ਹਿੱਸਾ, ਇੱਕ ਹਿੱਸੇ ਦੀ ਗੱਲ ਹੀ ਕਰ ਲਓ ਪੰਜਾਬ ਦੇ ਵਿੱਚੋਂ, ਜਿਹਦੇ ਤੇ ਯਕੀਨ ਕਰਨਾ ਹੋਵੇ। ਆਮ ਆਦਮੀ ਪਾਰਟੀ ਦੇ 1 ਦਰਜਨ ਦੇ ਕਰੀਬ ਵਿਧਾਇਕ ਇਸ ਵਕਤ ਇਹ ਗੱਲ ਕਹਿੰਦੇ ਦਬਵੀਂ ਸੁਰ ਦੇ ਵਿੱਚ ਵੀ ਜੇਕਰ ਭਗਵੰਤ ਮਾਨ ਨਾ ਸੀਐਮ ਕੈਂਡੀਡੇਟ ਐਲਾਨਿਆ, ਅਸੀਂ ਵੀ ਆਪਦੀ ਸੀਟ ਨਹੀਂ ਜਿੱਤਦੇ। ਨਵੀਂ ਸੀਟ ਤਾਂ ਕਿਸੇ ਨੇ ਜਿੱਤਣੀ ਕਰੀ ਆ, ਉਹ ਕਹਿੰਦੇ ਜੀ ਅਸੀਂ ਵੀ ਆਪਦੀ ਸੀਟ ਨਹੀਂ ਜਿੱਤ ਸਕਾਂਗੇ। ਇਸ ਹਾਲਾਤ ਦੇ ਵਿੱਚ ਕੇਜਰੀਵਾਲ ਸਾਹਿਬ ਜਦੋਂ ਗੋਆ ਦੇ ਬਾਰੇ ਫਿਕਰ ਕਰਦੇ ਆ, ਉੱਤਰਾਖੰਡ ਦਾ ਮੁੱਖ ਮੰਤਰੀ ਐਲਾਨ ਦਿੰਦੇ ਆ, ਤੇ ਪੰਜਾਬ ਦੇ ਨਾਂ ਦੇ ਉੱਤੇ ਪਿੱਛੂ ਕਿਹੜੀ ਗੱਲੋਂ ਪੈ ਜਾਂਦੇ ਆ, ਵਿਚਲੀਆਂ ਗੱਲਾਂ ਪਤਾ ਨਹੀਂ ਕਿਹੜੀਆਂ ਹੋਣ। ਸੋ ਆਮ ਲੋਕਾਂ ਦੀ ਇੱਛਾ ਇਹ ਹੈ ਵੀ ਪੰਜਾਬ ਦੇ ਵਿੱਚ ਤਕੜੀ ਕੋਈ ਵਿਰੋਧੀ ਧਿਰ ਹੋਵੇ। ਪੰਜਾਬ ਦੇ ਵਿੱਚ ਜਿਹਦੇ ਲਈ ਆਸ ਲਾਈ ਸੀ, ਉਹਨਾਂ ਦੇ ਵੱਲੋਂ ਆਸ ਨੂੰ ਤੜਕਾਇਆ ਕਿਉਂ ਗਿਆ। ਮੈਨੂੰ ਚੇਤੇ ਆ ਰਹੀ ਆ ਗੱਲ 2017 ਦੇ ਵਿੱਚ ਲੋਕਾਂ ਨੇ ਬਾਹਰੋਂ ਪੰਡਾਂ ਰੁਪਈਆਂ ਦੀਆਂ ਭੇਜੀਆਂ। ਖਬਰਾਂ ਤਾਂ ਅੰਦਰ ਖਾਤੇ ਇਹ ਵੀ ਆਉਂਦੀਆਂ ਵੀ ਕਈ ਬੰਦੇ ਹਾਰ ਬੇਸ਼ੱਕ ਗਏ, ਪਰ ਫਿਰ ਵੀ 40 50 ਲੱਖ ਰੁਪਈਆ ਕਮਾ ਗਏ। ਅੱਜ ਆਮ ਆਦਮੀ ਪਾਰਟੀ ਫੇਸਬੁੱਕ ਦੇ ਉੱਤੇ ਪੋਸਟਾਂ ਪਾਉਂਦੀ ਹੈ ਕਿ ਸਾਨੂੰ ਦਾਨ ਦਿਓ। ਇਹ ਹਾਲਾਤ ਪੈਦਾ ਕਿਉਂ ਹੋਏ ਆ? ਪਹਿਲਾਂ ਪੈਸੇ ਜਿਹੜੇ ਆਏ ਸੀ ਉਹ ਕਿੱਧਰ ਗਏ? ਪਾਰਟੀ ਦੇ ਕੋਲੇ ਇਸ ਵਕਤ ਚੋਣਾਂ ਲੜਨ ਵਾਸਤੇ ਪੈਸੇ ਹੈ ਨਹੀਂ ਗਏ, ਹੁਣ ਕਿਵੇਂ ਕੋਈ ਦੇਊਗਾ? ਗੱਲ ਤਾਂ ਭਰੋਸੇ ਦੀ ਹੁੰਦੀ ਹੈ, ਤੇ ਭਰੋਸਾ ਬਰਕਰਾਰ ਕਿਉਂ ਨਹੀਂ ਰੱਖਿਆ ਗਿਆ, ਸਵਾਲਾਂ ਦਾ ਸਵਾਲ ਇਹ ਹੈ। ਸੋ ਆਮ ਆਦਮੀ ਪਾਰਟੀ ਆਉਂਦੇ ਦਿਨਾਂ ਦੇ ਵਿੱਚ ਕੀ ਲੀਹ ਦੇ ਉੱਤੇ ਆਊ? ਕੀ ਪੰਜਾਬ ਦੇ ਵਿੱਚ ਸਰਗਰਮੀ ਬਹੁਤ ਵੱਡੇ ਪੱਧਰ ਤੇ ਵਿੱਢੀ ਜਾਊ? ਕੀ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਹੋਰੀ ਕੋਈ ਵੱਖਰਾ ਵਿਜ਼ਨ ਦੇਣਗੇ? ਕੀ ਪੰਜਾਬ ਦੇ ਲੋਕਾਂ ਦੇ ਲਈ ਕੋਈ ਸਨਮਾਨਯੋਗ ਚਿਹਰਾ ਮੁੱਖ ਮੰਤਰੀ ਦਾ ਹੋਊਗਾ? ਕੀ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਤੋਂ ਵੱਖਰਾ ਕੁਝ ਕਰਕੇ ਦਿਖਾਇਆ ਜਾਊਗਾ? ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।